ਕੀ ਮਾਮਲਾ ਹੋਇਆ ਤੁਹਾਡੇ ਭਾਂਜੇ ਨੇ ਤੁਹਾਡੀ ਵਾਲਦਾ ਨਾਲ ਜ਼ਿਆਦਤੀ ਕੀਤੀ ਹੈ? ਦੋ ਤਿੰਨ ਦਫਾ ਉਹਦੇ ਨਾਲ ਮਾਮਲਾ ਇਹ ਚੱਲਦੇ ਰਹੇ ਨੇ। ਵੀਡੀਓ ਬਣਾ ਕੇ ਵੇਖਦੀ ਸੀ ਕਿ ਕੀ ਕਿਸ ਤਰ੍ਹਾਂ ਕੰਮ ਹੁੰਦਾ ਹੈ, ਕਿਸ ਤਰ੍ਹਾਂ ਨਹੀਂ ਹੁੰਦਾ। ਉਹ ਇਹਨਾਂ ਚੀਜ਼ਾਂ ਦਾ ਸ਼ੌਕ ਰੱਖਦੀ ਹੈ। ਮੇਰੇ ਭਾਈ ਨਾਲ ਵੀ ਉਹਦਾ ਇੱਕ ਦੋ ਦਫਾ ਮਾਮਲਾ ਚੱਲਿਆ। ਫਿਰ ਅਬੂ ਨੇ ਉਹਨੂੰ ਮਾਰਿਆ, ਮਾਰ ਕੇ ਤੇ 4 ਮਹੀਨੇ ਆਸੇ ਨਾਲ ਘਰੋਂ ਕੱਢ ਦਿੱਤਾ। ਨਾਨੇ ਨੇ ਹੋਰ ਕੋਈ ਸੁਲਝਾਇਆ ਨਹੀਂ, ਨਦੀਮ ਭਾਈ ਨੂੰ ਦੇ ਉੱਪਰ ਪਰਚਾ ਦੇ ਦਿੱਤਾ। ਬਸ ਮਨਾ ਕਰਦੇ ਸੀ ਮਗਰ ਉਹ ਨਹੀਂ ਸੀ ਮਨਾ ਹੁੰਦੇ, ਲੜਦੇ ਸੀ ਸਾਨੂੰ। ਅੱਛਾ, ਕਹਿੰਦਾ ਇਹ ਮਾਮਲਾ ਮੇਰਾ ਤੁਹਾਡਾ ਨਹੀਂ ਹੈ, ਮੈਂ ਜੋ ਮਰਜ਼ੀ ਕਰਾਂ। ਉਹਨਾਂ ਨੇ ਕੁਰਾਨ ਪਾਕ ਹੱਥ 'ਚ ਪਕੜ ਕੇ ਤੇ ਕਸਮਾਂ ਖਾਧੀਆਂ ਨੇ, ਮੈਂ ਉਹਨੂੰ ਫਾਇਲ ਲਵਾਉਣਾ ਹੈ। ਉਹ ਉਹਨਾਂ ਨੂੰ ਮਾਰਦੀ ਸੀ, ਧਮਕਾਉਂਦੀ ਸੀ, ਡਰਾਉਂਦੀ ਸੀ कि तू बाहर नहीं दसना है। बिस्मिल्लाहिर्रहमानिर्रहीम। आप देख रहे हैं न्यूज़ टीवी, मैं हूं आपका होस्ट राना दिलशाद। नाज़रीन, ग्रीन टाउन के इलाका बागड़िया में एक नदीम नामी लड़के ने अपनी नानी के साथ कर डाली। जैसे ही FIR सामने आती है, घर वालों पर क़यामत टूट पड़ती है। नदीम की जो माँ है बशीरा बीबी, वो परेशान हो जाती है, सकते में आ जाती है कि मेरे जवान साला बेटे पर इल्ज़ाम लगाया गया। लेकिन जब इसकी हकीकत की तरफ गए तो वो सारे नज़ेबा हरकत करते वीडियोस भी सामने आ गई। मेरे साथ मौजूद है नसरीन बीबी के बेटे, इनसे जानते हैं आखिर बात क्या हुई। अस्सलाम वालेकुम। वालेकुम अस्सलाम। क्या नाम है भाई आपका? ज़हूर अहमद। ਜ਼ੋਹਰ भाई, एक ही मामला होया ਤੁਹਾਡੇ ਭਾਂਜੇ ਨੇ ਤੁਹਾਡੀ ਵਾਲਦਾ ਨਾਲ ਕੀਤੀ ਹੈ? ਇਹ ਮਾਮਲਾ ਇਹ ਹੋਇਆ ਕਿ ਇਸ ਤੋਂ ਪਹਿਲੇ ਵੀ ਉਹਦੇ ਨਾਲ ਦੋ ਤਿੰਨ ਦਫਾ ਉਹਦੇ ਨਾਲ ਮਾਮਲਾ ਇਹ ਚੱਲਦੇ ਰਹੇ ਨੇ। ਠੀਕ ਹੈ। ਉਸ ਤੋਂ ਬਾਅਦ ਮੇਰੇ ਭਾਈ ਨਾਲ ਵੀ ਉਹਦਾ ਇੱਕ ਦੋ ਦਫਾ ਮਾਮਲਾ ਚੱਲਿਆ ਹੈ। ਅੱਛਾ, ਯਾਨੀ ਕਿ ਵਾਲਦਾ ਦਾ ਆਪਣੇ ਬੇਟੇ ਦੇ ਨਾਲ ਵੀ ਇਹ ਮਾਮਲਾ ਚੱਲਦਾ ਰਿਹਾ? ਹਾਂਜੀ। ਫਿਰ ਅਬੂ ਨੇ ਉਹਨੂੰ ਮਾਰਿਆ, ਮਾਰ ਕੇ ਤੇ 4 ਮਹੀਨੇ ਆਸੇ ਨਾਲ ਘਰੋਂ ਕੱਢ ਦਿੱਤਾ। ਉਹ 4 ਮਹੀਨੇ ਪਿੰਡ ਲਾ ਕੇ ਆਇਆ, ਫਿਰ ਵਾਪਸ ਆਇਆ, ਇਹਨਾਂ ਕੋਲ ਕਮਾਈ ਕਰਕੇ ਉਹਨਾਂ ਨੂੰ ਖਵਾ ਰਿਹਾ ਹੈਗਾ। ਅੱਛਾ। ਜਦੋਂ ਫਿਰ ਨਦੀਮ ਦਾ ਮਾਮਲਾ ਸਾਹਮਣੇ ਆਇਆ, ਮੇਰੇ ਵਾਲਿਦ ਸਾਹਿਬ ਨੇ ਇਹ ਨਹੀਂ ਦੇਖਾ। ਭਰਾ ਦੀ ਗੱਲ ਦੱਸਣਾ, ਜਦੋਂ ਤੁਹਾਡੇ ਭਰਾ ਦੇ ਨਾਲ ਗੱਲ ਖੁੱਲੀ ਏ ਕਿ ਆਪਣੀ ਮਾਂ ਦੇ ਨਾਲ ਗਲਤ ਤਾਲੁਕਾਤ ਨੇ, ਨਜਾਇਜ਼ ਤਾਲੁਕਾਤ ਨੇ, ਇਹ ਕਿਸ ਤਰ੍ਹਾਂ ਪਤਾ ਲੱਗਾ ਘਰ 'ਚ? ਇਹ ਨਦੀਮ ਭਾਈ ਨੇ ਮੈਨੂੰ ਦੱਸਿਆ। ਨਦੀਮ ਨੇ ਤੁਹਾਡੇ ਭਾਂਜੇ ਨੇ ਦੱਸਿਆ? ਜੀ, ਮੇਰਾ ਯਾਨੀ ਨਦੀਮ ਆਪਣੀ ਨਾਨੀ ਦੇ ਨਾਲ ਗਲਤ ਕੰਮ ਕਰਦਾ ਸੀ ਔਰ ਜਿਹੜਾ ਤੁਹਾਡਾ ਭਾਈ ਏ ਉਹ ਆਪਣੀ ਵਾਲਦਾ ਦੇ ਨਾਲ ਕਰਦਾ ਸੀ? ਹਾਂਜੀ। ਇਕੱਠੇ ਕਰਦੇ ਸੀ? ਨਹੀਂ, ਉਹ ਪਹਿਲੇ ਕਰ ਚੁੱਕਿਆ ਹੋਇਆ ਸੀ। ਅੱਛਾ। ਉਸ ਤੋਂ ਬਾਅਦ ਨਦੀਮ ਆ ਗਿਆ ਉਹਦੇ ਹੱਥ ਥੱਲੇ। ਅੱਛਾ, ਤੁਹਾਡੇ ਭਾਂਜੇ ਨੇ ਤੁਹਾਨੂੰ ਦੱਸਿਆ ਕਿ ਤੁਹਾਡਾ ਜਿਹੜਾ ਭਰਾ ਹੈ ਆਪਣੀ ਮਾਂ ਦੇ ਨਾਲ ਹਰਕਤਾਂ ਕਰਦਾ ਹੈ, ਤੇ ਫਿਰ ਤੁਸੀਂ ਕੀ ਕੀਤਾ? ਆਪਣੇ ਵਾਲਿਦ ਸਾਹਿਬ ਨੂੰ ਦੱਸਿਆ, ਘਰ ਦੱਸਿਆ? ਵਾਲਿਦ ਸਾਹਿਬ, ਮੈਂ ਨਦੀਮ ਭਾਈ ਨੂੰ ਇਹੀ ਸਮਝਾਇਆ ਸੀ ਕਿ ਮੈਂ ਕਿਹਾ ਨਾਨੇ ਨੂੰ ਦੱਸ ਦੇ ਵੀ ਇਹ ਮਸਲਾ ਆ ਰਿਹਾ ਹੈ ਤੇ ਇਹਨੂੰ ਸੁਲਝਾ ਦੇ। ਨਾਨੇ ਨੇ ਹੋਰ ਕੋਈ ਸੁਲਝਾਇਆ ਨਹੀਂ, ਨਦੀਮ ਭਾਈ ਨੂੰ ਦੇ ਉੱਪਰ ਪਰਚਾ ਦੇ ਦਿੱਤਾ। ਬਸ ਨਹੀਂ, ਨਦੀਮ ਦੇ ਉੱਤੇ ਪਰਚਾ ਦਿੱਤਾ, ਨਦੀਮ ਦੇ ਉੱਤੇ ਪਰਚਾ ਉਹ ਦਿੱਤਾ ਨਾ ਕਿ ਜਿਹੜਾ ਨਦੀਮ ਨਾਨੀ ਦੇ ਨਾਲ ਗਲਤ ਕੰਮ ਕਰਦਾ ਰਿਹਾ ਨਾ, ਗਲਤ ਕੰਮ ਕਰਦਾ ਰਿਹਾ। ਜਦੋਂ ਤੁਹਾਡਾ ਭਾਈ ਦੀ ਵਾਰੀ ਆਈ ਹੈ, ਉਦੋਂ ਕੀ ਮਾਮਲਾ ਹੋਇਆ ਸੀ? ਉਦੋਂ ਮਾਮਲਾ ਇਹ ਹੋਇਆ ਕਿ ਅਬੂ ਨੇ ਸਿਰਫ ਆਪਣੇ ਬੇਟੇ ਨੂੰ ਮਾਰਿਆ ਤੇ ਭਜਾ ਦਿੱਤਾ। ਆਪਣੇ ਬੇਟੇ ਨੂੰ ਮਾਰਿਆ, ਭਜਾਤਾ, ਤੇ ਬੀਵੀ ਨੂੰ ਕੁਝ ਨਹੀਂ ਕਿਹਾ? ਬੀਬੀ ਨੇ ਕੁਝ ਕਹਿੰਦੇ। ਕਿੰਨੀ ਉਮਰ ਹੈ ਤੁਹਾਡੇ ਵਾਲਿਦ ਸਾਹਿਬ ਦੀ? ਹੈ ਕੋਈ 60-65 ਸਾਲ ਹੈ। 60-65 ਸਾਲ। ਤੇ ਵਾਲਦਾ ਦੀ? ਵਾਲਦਾ ਦੀ ਤਾਂ ਮੇਰੇ ਖਿਆਲ ਚ ਹੋਣੀ 50 ਸਾਲ। ਇਹ ਤੁਹਾਡੀ ਵਾਲਿਦ ਸਾਹਿਬ ਦੀ ਪਹਿਲੀ ਸ਼ਾਦੀ ਹੈ? ਨਹੀਂ, ਤੀਸਰੀ। ਇਹ ਸਾਡੀ ਸਕੀ ਮਾਂ ਨਹੀਂ ਹੈ, ਸਾਡੀ ਸਕੀ ਮਾਂ ਜੀ ਉਹ ਘਰ ਹੋਣ ਆਈ ਹੈ ਸਾਨੂੰ ਮਿਲਣ ਵਾਸਤੇ। ਉਸ ਤੋਂ ਪਹਿਲੇ ਮੇਰੇ ਵਾਲਾ ਸਾਹਿਬ ਨੇ ਉਸ ਤੋਂ ਪਹਿਲੇ ਇੱਕ ਲੇਡੀਜ਼ ਲਿਆਣ ਕੇ ਰੱਖੀ ਹੋਈ ਸੀਗੀ, ਉਹਦੇ ਨਾਲ ਸ਼ਾਦੀ ਨਹੀਂ ਸੀ ਕੀਤੀ ਹੋਈ। ਉਹ ਉਹਦੇ ਨਾਲ ਸ਼ਾਦੀ ਕਰਨੀ ਸੀ ਮਗਰ ਉਹਦੇ ਨਾਲ ਵੀ ਉਹਨੇ ਸ਼ਾਦੀ ਨਹੀਂ ਕੀਤੀ। ਫਿਰ ਇਹ ਮਿਲੀ ਹੈਗੀ, ਫਿਰ ਇਹਦੇ ਨਾਲ ਇਹਨੇ ਸ਼ਾਦੀ ਕੀਤੀ। ਅੱਛਾ। ਤੇ ਨਹੀਂ, ਇਹ ਸਾਰਾ ਕੁਝ ਘਰ 'ਚ ਹੁੰਦਾ ਰਿਹਾ। ਤੁਸੀਂ ਜਵਾਨ ਔਲਾਦ ਹੋ ਤੇ ਤੁਹਾਡੇ ਵੀ ਕੋਈ ਬੱਚੇ ਬੁੱਚੇ ਹੋਣਗੇ, ਤੇ ਤੁਸੀਂ ਘਰ 'ਚ ਮਨਾ ਨਹੀਂ ਕੀਤਾ ਉਹਨਾਂ ਨੂੰ? ਮਨਾ ਕਰਦੇ ਸੀ ਮਗਰ ਉਹ ਨਹੀਂ ਸੀ ਮਨਾ ਹੁੰਦੇ। ਉਹ ਗੁੱਸੇ ਹੁੰਦੇ ਸੀ, ਲੜਦੇ ਸੀ ਸਾਨੂੰ। ਅੱਛਾ। ਕਹਿੰਦਾ ਇਹ ਮਾਮਲਾ ਮੇਰਾ ਤੁਹਾਡਾ ਨਹੀਂ ਹੈ, ਮੈਂ ਜੋ ਮਰਜ਼ੀ ਕਰਾਂ। ਤੇ ਫਿਰ ਜਦੋਂ ਇਹ ਨਾਨੀ ਵਾਲਾ ਮਾਮਲਾ ਆਇਆ ਹੈ, ਤੇ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਤੁਹਾਡੇ ਭਾਂਜੇ ਦੇ ਤੁਹਾਡੀ ਵਾਲਦਾ ਦੇ ਨਾਲ ਤਾਲੁਕਾਤ ਨੇ? ਭਾਂਜੇ ਨੇ ਮੈਨੂੰ ਦੱਸਿਆ ਸੀ ਵੀ ਮਾਮਲਾ ਤਾਂ ਮੇਰੇ ਨਾਲ ਹੋ ਰਿਹਾ ਨੇ, ਇਹਦਾ ਹੱਲ ਕੀ ਹੈ? ਮੈਂ ਕਿਹਾ ਇਹ ਤੂੰ ਜਾ ਕੇ ਨਾਨੇ ਨੂੰ ਦੱਸ ਦੇ ਵੀ ਇਹ ਮਾਮਲਾ ਹੈਗਾ ਮੇਰੇ ਨਾਲ ਹੋ ਰਿਹਾ ਤੇ ਇਹਦਾ ਕੋਈ ਹੱਲ ਕੱਢ ਦੇ। ਨਾਨੇ ਨੇ ਹੋਰ ਕੋਈ ਹੱਲ ਨਹੀਂ ਕੱਢਿਆ ਹੈਗਾ, ਉਹਨੇ ਸਿੱਧਾ ਹੀ ਨਦੀਮ ਭਾਈ ਦੇ ਉੱਤੇ ਜਾ ਕੇ ਪਰਚਾ ਦੇ ਦਿੱਤਾ। ਨਾ ਆਪਣੀ ਬੇਗਮ ਨੂੰ ਸਮਝਾਇਆ, ਨਾ ਉਹਨੇ ਭਾਂਜੇ ਨੂੰ ਸਮਝਾਇਆ, ਉਹਨੇ ਸਿੱਧਾ ਡਾਇਰੈਕਟ ਪਰਚਾ ਦਿੱਤਾ, ਜਾ ਕੇ ਦੇ ਕੇ ਤੇ ਭਾਂਜੇ ਨੂੰ ਅੰਦਰ ਕਰਾ ਦਿੱਤਾ। ਨਹੀਂ, ਭਾਂਜੇ ਨੇ ਤੁਹਾਡੇ ਨੇ ਪਹਿਲੀ ਦਫਾ ਤੁਹਾਡੀ ਵਾਲਦਾ ਦੇ ਨਾਲ ਕੰਮ ਕੀਤਾ ਸੀ? 6-7 ਦਫਾ ਕੀਤਾ ਸੀ। ਤੇ ਨਦੀਮ ਨੇ ਜਦੋਂ ਤੁਹਾਨੂੰ ਦੱਸਿਆ, ਕੀ ਦੱਸਿਆ ਉਹਨੇ ਕਿ ਕਿਦੋਂ ਕਿਸ ਤਰ੍ਹਾਂ ਸਿਲਸਿਲਾ ਸ਼ੁਰੂ ਹੋਇਆ? ਉਹਨੇ ਇਹ ਮੈਨੂੰ ਕਿਹਾ ਸੀ, ਉਹਨੇ ਕਿਹਾ ਮੇਰੇ ਨਾਲ ਇਹ ਜ਼ਿਆਦਤੀ ਹੋ ਰਹੀ। 3-4 ਦਫਾ ਉਹਨੇ ਮੈਨੂੰ ਕਮਰੇ 'ਚ ਫੜ ਕੇ ਲੈ ਕੇ ਗਈ ਹੈਗੀ, ਮਗਰ ਮੈਂ ਇੱਕ ਦਫਾ ਛੁਡਵਾ ਕੇ ਬਾਹਰ ਆ ਗਿਆ ਹੈਗਾ, ਤੇ ਦੂਸਰੀ ਦਫਾ ਫਿਰ ਉਹਨੇ ਮੈਨੂੰ ਫੜਿਆ ਤੇ ਅੰਦਰ ਲੈ ਗਈ ਸੀ।
ਤੇ ਫਿਰ ਮੈਂ ਛੁਡਵਾ ਕੇ ਬਾਹਰ ਆਇਆ ਤੇ ਉਹਨੇ ਫਿਰ ਮੈਨੂੰ ਗੱਲ ਕੀਤੀ ਵੀ ਇਹ ਮਾਮਲਾ ਤੇ ਹੈਗੇ ਨੇ ਤੇ ਮੈਂ ਕਿਹਾ ਅੱਬੂ ਨੂੰ ਨਾਨੇ ਆਪਣੇ ਨੂੰ ਦੱਸ ਵੀ ਇਹ ਮਾਮਲਾ ਹੋ ਰਿਹਾ ਹੈਗਾ ਤੇ ਇਹਦਾ ਕੋਈ ਹੱਲ ਹੈ ਤੇ ਉਹਨੇ ਹੱਲ ਕੱਢਿਆ ਨਹੀਂ ਹੈਗਾ ਤੇ ਸਿੱਧਾ ਮੇਰੇ ਤੇ ਪਰਚਾ ਦੇ ਦਿੱਤਾ। ਨਹੀਂ ਤੁਸੀਂ ਆਪਣੇ ਵਾਲਦ ਸਾਹਿਬ ਨੂੰ ਨਹੀਂ ਸਮਝਾਇਆ? ਵਾਲਾ ਸਾਹਿਬ ਨਹੀਂ ਗੱਲ ਹੀ ਨਹੀਂ ਮੰਨਦੇ, ਉਹਨਾਂ ਦੇ ਵਾਸਤੇ ਵਿੱਚ ਗੱਲ ਨਹੀਂ ਹੈਗੀ। ਬੁੱਢੀ ਤੇ ਫਿਰ ਜ਼ਾਹਿਰ ਹੈ ਕਿਸੇ ਤੇ ਅੱਗੇ ਮੂੰਹ ਮਾਰਨਾ ਹੀ ਮਾਰਨਾ ਹੈ। ਹੋਰ ਇਸ ਅੱਗੇ नहीं यार देखो, अगर उन्होंने तीसरी शादी की है तो ਉਹਦੇ 'ਚ ਕੁਝ ਹੈ ਤੇ ਉਹਨੇ ਸ਼ਾਦੀ ਕੀਤੀ ਹੈ ਨਾ ਭਾਈ। ਨਹੀਂ ਉਹਨਾਂ 'ਚ ਕੁਝ ਹੈ ਹੀ ਨਹੀਂ ਤੇ ਸ਼ਾਦੀ ਕਿਸ ਤਰ੍ਹਾਂ ਕਰਨਗੇ। ਤੇ ਹੁਣ ਤੁਹਾਡੇ ਵਾਲਦ ਸਾਹਿਬ ਦੇ ਨਾਲ ਤੁਹਾਡੀ ਕੀ ਕੋਈ ਮਾਮਲਾ ਚੱਲਦੇ ਪਏ ਨੇ, ਕੋਈ ਸੁਲ੍ਹਾ ਹੋਏਗੀ ਜਾਂ ਨਦੀਮ ਛੁੱਟੇਗਾ? ਨਹੀਂ ਜੀ ਉਹ ਸੁਲਾਹ ਨਹੀਂ ਕਰ ਰਹੇ। ਉਹਨਾਂ ਨੇ ਕੁਰਾਨ ਪਾਕ ਖਾਤੇ 'ਚ ਪਕੜ ਕੇ ਤੇ ਕਸਮਾਂ ਖਾਦੀਆਂ ਨੇ ਮੈਂ ਉਹਨੂੰ ਫਾਇਲ ਲਵਾਉਣਾ ਹੈ। ਨਹੀਂ ਦੇਖੋ ਜ਼ਿਆਦਤੀ ਤੇ ਹੋਈ ਹੈ ਨਾ, ਵੀਡੀਓ ਸਾਹਮਣੇ ਵਿੱਚ ਮੌਜੂਦ ਹੈ। ਜ਼ਿਆਦਤੀ ਹੋਈ ਹੈ, ਉਹਦੇ ਨਾਲ ਨਾ ਇਨਸਾਫੀ ਬੱਚੇ ਨਾਲ ਹੋਈ ਹੈ। ਯਾਰ ਨਦੀਮ ਇੰਨਾ ਮਾਸੂਮ ਸੀ ਕਿ ਨਦੀਮ ਉਹਦੇ ਕੋਲ ਜਾਂਦਾ ਰਿਹਾ, ਉਹਦੇ ਨਾਲ ਜ਼ਿਆਦਤੀ ਕਰਦਾ ਰਿਹਾ ਤੇ ਫਿਰ ਇੱਕ ਦਿਨ ਜਦੋਂ ਫੜਿਆ ਗਿਆ ਤੇ ਉਸ ਨੂੰ ਮਜ਼ਲੂਮ ਹੋ ਗਿਆ। ਉਹ ਉਹਨਾਂ ਨੂੰ ਮਾਰਦੀ ਸੀ, ਧਮਕਾਉਂਦੀ ਸੀ, ਡਰਾਉਂਦੀ ਸੀ ਕਿ ਤੂੰ ਬਾਹਰ ਨਹੀਂ ਦੱਸਣਾ ਹੈਗੀ, ਜੋ ਵੀ ਗੱਲਬਾਤ ਹੈਗੀ ਇੱਥੇ ਆਪਣੇ 'ਚ ਹੀ ਰੱਖਣੀ ਹੈਗੀ, ਬਾਹਰ ਦੱਸੇਗਾ ਤੇ ਮੈਂ ਤੇਰੇ ਵੀਡੀਓ ਜਿਹੜੀ ਹੈਗੀ ਉਹ ਮੈਂ ਚੜਾ ਦਿਆਂਗੀ ਨੈਟ ਅੱਛਾ, ਤੇ। ਵੀਡੀਓ ਵੀ ਬਣਾਉਂਦੀ ਸੀ ਉਹ? ਹਾਂਜੀ ਵੀਡੀਓ ਵੀ ਬਣਾਉਂਦੀ ਸੀ, ਵੀਡੀਓ ਬਣਾ ਕੇ ਵੇਖਦੀ ਸੀ ਕਿ ਕਿਸ ਤਰ੍ਹਾਂ ਕੰਮ ਹੁੰਦਾ ਹੈ, ਕਿਸ ਤਰ੍ਹਾਂ ਨਹੀਂ ਹੁੰਦਾ। ਉਹ ਇਹਨਾਂ ਚੀਜ਼ਾਂ ਦਾ शौक रखती है। बहुत शुक्रिया यार। नाज़रीन आपने देखा खून किस तरह से सफ़ेद हो चुके हैं। बहुत सारे मामलात हम देखते हैं, रिश्तों की कोई तमीज़ नहीं रह गई, कौन किसका क्या लगता है, कौन किसके साथ कैसे रिलेशन बनाने चाहिए। सगी नानी के साथ की, और नानी भी ये उनका बेटा है, इनका कहना है कि वो खुद करवाती थी। इससे पहले मेरे भाई के साथ भी उसके मामला थे, यानी अपने बेटे के साथ भी उसके नाजायज़ ताल्लुकात थे। जब वो पकड़ा गया तो उसको घर से निकाल दिया गया, लेकिन जैसे ही 4 माह गुजरे घर में सुकून हुआ, वो भाई भी वापस घर पे आ गया और इनका जो भांजा है वो भी उसी खातून के साथ मिलकर ये तमाम हरकत सकनात करते रहे। जब ये सारा मामला सामने आया तो नसरीन बीबी के शोहर मोहम्मद शरीफ ने इसके भांजे नदीम पर FIR करवा दी और इसकी वीडियोज़ भी मौजूद है। क्या तहकीकात होती हैं, क्या मामला सामने आते हैं, इस पर भी आपको अपडेट किया जाएगा। इसी के साथ अपने मेज़बान राना दिलशाद को इजाज़त दीजिए। अल्लाह निगहबान।